अस्सलाम वालेकुम। उम्मीद है आप लोग ठीक हैं, खैरियत से हैं। खुदा की ज़ात आप लोगों को अपने हिफ्ज़ व अमान में रखे। मेरी दुआएं हमेशा आपके साथ हैं। खुश रहें, आबाद रहें। अल्लाह पाक ऐसे ही आपको अपनी खुशियां बरसाता रहे और वालदैन का साया आप लोगों पर कायम रहे। गुजारिश जो हमेशा आपसे की जाती है कि चैनल को ज़रूर सब्सक्राइब करें, बेल आइकन को प्रेस करें और ज़्यादा से ज़्यादा व्हाट्सएप ग्रुपों में इसका लिंक ज़रूर शेयर किया करें, ताकि इसमें ज़्यादा से ज़्यादा लोग जो हैं वो इसको सुन सकें। राय का इजहार ज़रूर किया करें। कम से कम पाकिस्तान जिंदाबाद का नारा जो है वो भी ज़रूर लगाया करें, अगर आपको पास कुछ भी लिखने के लिए ना हो तो। मैं काफ़ी दिनों से यार ते पंजाबी वाला वील सी ते यह गल ते मैं भुल ही गया वा। वेखो आ तो हाल आ। उन्हें पंजाबी वाला शाम वाला वील तुहाडे नाल वादा कीता ते फिर उसे रूटीन शुरू हो गया। चलो इत्थों हुण अगे पंजाबी शुरू कर लेने, इदां कर लेने। मैं किन्ने दिनां तो एक गल करन डया वां तुहाडे सामने ही आ कि जदों दा इंडिया नूं रगड़ा लाया ना पाकिस्तान से, ਜਿਹੜੀ ਪੀਟੀਆਈ ਹੈ ਨਾ, ਇਹਨੂੰ ਮੈਂ ਬੀ ਟੀਮ ਕਹਿ ਰਿਹਾ ਇੰਡੀਆ ਦੀ। ਇਹ ਬੀ ਟੀਮ ਦੇ ਤੌਰ ਤੇ ਜਨਾਬ ਇਹ ਮੈਦਾਨ 'ਚ ਉਤਰੀ ਹੋਈ ਹੈ। ਇੰਡੀਆ ਨਾਕਾਮ ਹੋਇਆ ਹੈ ਔਰ ਦੁੱਖ ਤਕਲੀਫ ਇਸ ਗੱਲ ਦੀ ਪੀਟੀਆਈ ਨੂੰ। ਹੁਣ ਪੀਟੀਆਈ ਨੂੰ ਦੁੱਖ ਤਕਲੀਫ ਇਸ ਗੱਲ ਦੀ ਆ, ਜੇ ਇੰਡੀਆ ਕਾਮਯਾਬ ਹੋ ਜਾਂਦਾ ਤੇ ਇਹਨਾਂ ਕੋਲ ਕਹਿਣ ਵਾਸਤੇ ਹੋਣਾ ਸੀ, ਦੇਖਿਆ ਜੀ ਹਕੂਮਤ ਵੀ ਨਾਕਾਮ ਹੋ ਗਈ ਤੇ ਫੌਜ ਤੇ ਇਹਨਾਂ ਨੇ ਫਿਰ ਚੜ੍ਹਾਈ ਕਰ ਦੇਣੀ ਸੀ ਨਾ। ਫੌਜ ਦੇ ਇਹਨਾਂ ਨੇ ਮਤਲਬ ਕਿ ਉਹ ਤੇ ਇਹਨਾਂ ਨੂੰ ਮੌਕਾ ਚਾਹੀਦਾ ਸੀਗਾ। ਜਦੋਂ ਦਾ ਇਹ ਕੰਮ ਹੋਇਆ ਵਾ, ਇਹ ਤੁਸੀਂ ਵੇਖਿਆ ਇਹਨਾਂ ਦੀ ਸਪੀਡ ਹੁਣ ਜਿਹੜੀ ਇਹ ਮੁਲਕ ਦੇ ਵਿੱਚ ਵੀ ਤੇਜ਼ ਹੋ ਗਈ ਆ ਤੇ ਮੁਲਕੋਂ ਬਾਹਰ ਵੀ ਤੇਜ਼ ਹੋ ਗਈ ਆ। ਜਿਹੜੀ ਮੁਲਕੋਂ ਬਾਹਰ ਵਾਲੀ ਆ ਉਹ ਤੁਹਾਨੂੰ ਮੈਂ ਨਾਲ ਦੱਸਣਾ ਪਿਆ ਵਾ, ਜਿਹੜੀ ਮੁਲਕ ਵਾਲੀ ਆ ਉਹ ਹੁਣ ਮੈਂ ਤੁਹਾਨੂੰ ਦੱਸਣਾ ਵਾ। ਇਮਰਾਨ ਖਾਨ ਨੇ ਕਿਹਾ ਸੀ ਨਿੱਕੀ ਈਦ ਤੋਂ ਬਾਅਦ ਸੜਕਾਂ ਗਰਮ ਕਰਾਂਗੇ, ਉਹ ਫਿਰ ਕਿਸੇ ਨੇ ਕੀਤੀਆਂ। ਹੁਣ ਉਹ ਕਹਿ ਰਿਹਾ ਜੀ ਕਿ ਵੱਡੀ ਈਦ ਤੋਂ ਬਾਅਦ ਜਿਹੜੀਆਂ ਨਾ ਸੜਕਾਂ ਗਰਮ ਕਰਨ ਵਾਸਤੇ ਉਹਨੇ ਡਿਊਟੀ ਲਾਤੀ ਹੈ। ਉਸ ਡਿਊਟੀ ਦੇ ਹੁਣ ਹੁਣ ਹੋਣਾ ਕੀ ਆ, ਡਿਊਟੀ ਲਾਈ ਹੈ ਉਹਨਾਂ ਬਰਿਸਟਰ ਸਾਹਿਬ ਜਿਹੜੇ ਸੁਲੇਮਾਨ ਅਕਬਰ ਰਾਜਾ ਤੇ ਉਮਰ ਅਯੂਬ ਸਾਹਿਬ ਦੀ, ਕਿ ਤੁਸੀਂ ਦੋਵਾਂ ਨੇ ਸੜਕਾਂ ਗਰਮ ਕਰਨ ਦਾ ਜਿਹੜਾ ਨਾ ਠੇਕਾ ਤੁਹਾਡੇ ਕੋਲ ਆ, ਹੁਣ ਸੜਕਾਂ ਤੁਸੀਂ ਗਰਮ ਕਰਨੀਆਂ ਵਾ। ਚਲੋ ਠੀਕ ਹੋ ਗਿਆ ਜੀ। ਲੇਕਿਨ ਇੱਥੇ ਹੁਣ ਹਰ ਬੰਦੇ ਨੇ ਹਿੱਸਾ ਪਾਣਾ ਵਾ, ਹਰ ਬੰਦੇ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਪੂਰੀ ਕੋਸ਼ਿਸ਼ ਕਰਨੀ ਆ। ਇਸੇ ਅੱਗੇ ਲੰਘਣ ਦੀ ਕੋਸ਼ਿਸ਼ ਦੇ ਵਿੱਚ ਗੰਡਾਪੁਰ ਕਹਿ ਰਿਹਾ ਜੀ ਅਸੀਂ ਐਤਕੀ ਬੰਦੂਕਾਂ ਲੈ ਕੇ ਆਵਾਂਗੇ, ਠੋਕਾਂਗੇ ਵੀ। ਹੁਣ ਤੁਸੀਂ ਉਹਦੀ ਇਸ ਗੱਲ ਤੋਂ ਗੌਰ ਕਰੋ ਕਿ ਇਸ ਦਫਾ ਅਸੀਂ ਜਿਹੜੀਆਂ ਬੰਦੂਕਾਂ ਲੈ ਕੇ ਆਵਾਂਗੇ, ਹਥਿਆਰ ਲੈ ਕੇ ਆਵਾਂਗੇ ਤੇ ਬਕਾਇਦਾ ਤੌਰ ਤੇ ਅਸੀਂ ਅੱਗੋਂ ਠੋਕਾਂਗੇ। ਅੱਛਾ ਠੋਕਣਗੇ ਕਿਹਨੂੰ? ਸਿਕਿਉਰਿਟੀ ਦੇ ਅਦਾਰਿਆਂ ਦੇ ਮੋਸਟਲੀ ਮੁਲਾਜ਼ਮੀਨ ਨੇ, ਕਿਉਂਕਿ ਜ਼ਾਹਿਰ ਹੈ ਜਦੋਂ ਇਹ ਆਣਗੇ ਤੇ ਸਿਕਿਉਰਿਟੀ ਦੀਆਂ ਡਿਊਟੀਆਂ ਤੇ ਲੱਗਣਗੀਆਂ। ਉਹ ਭਾਵੇਂ ਫੌਜ ਆ, ਭਾਵੇਂ ਰੇਂਜਰ ਆ ਤੇ ਭਾਵੇਂ ਨਾਰਮਲ ਲੋਕਲ ਪੁਲਿਸ ਆ, ਮਤਲਬ ਕਮ ਸੇ ਕਮ ਪੁਲਿਸ ਤੇ ਹੋਣੀ ਹੋਣੀ ਹੈ ਨਾ, ਹੋਰ ਕੁਝ ਹੋਵੇ ਨਾ ਹੋਵੇ। ਉਹ ਕਹਿ ਰਹੇ ਨੇ ਕਿ ਜਨਾਬ ਸਾਨੂੰ ਰੋਕਿਆ ਜਾਂ ਸਾਨੂੰ ਕੁਝ, ਮਤਲਬ ਕਿ ਰੋਕਿਆ ਕੀ, ਮਤਲਬ ਕਿ ਇਹ ਇਦਾਂ ਆ ਜਾਂਦੇ ਆ ਤੇ ਇਹ ਪਾਰਲੀਮੈਂਟ ਤੇ ਹਮਲਾ ਕਰਨਾ ਚਾਹੁੰਦੇ ਆ, ਇਹ ਸੁਪਰੀਮ ਕੋਰਟ ਤੇ ਹਮਲਾ ਕਰਨਾ ਚਾਹੁੰਦੇ ਆ, ਇਹ ਪੀਟੀਵੀ ਤੇ ਹਮਲਾ ਕਰਨਾ ਚਾਹੁੰਦੇ ਆ। ਤੇ ਜਿਹੜੇ ਇਹਨਾਂ ਰੋਕਣਗੇ ਵੀ ਆਹ ਕੰਮ ਨਾ ਕਰੋ ਤੇ ਇਹ ਕੀ ਕਰਨਗੇ? ਇਹ ਅੱਗੋਂ ਉਹਨਾਂ ਨੂੰ ਠੋਕ ਦੇਣਗੇ। ਲਓ ਆ ਜੇ ਟੋਟਲ ਗੱਲ ਜਿਹੜੀ ਗੰਡਾਪੁਰ ਸਾਹਿਬ ਕਹਿ ਰਹੇ ਨੇ। ਹੁਣ ਦੇਖੋ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਨੇ, ਇਹ ਚਾਹੁੰਦੇ ਨੇ ਕਿ ਦੋਵਾਂ ਪਾਸ ਦੇ ਲੋਕ ਮਰਨ। ਉਹ ਜਿਹਦਾ ਨਹੀਂ, ਉਹ ਤੁਹਾਨੂੰ ਯਾਦ ਹੋਏਗਾ ਤਾਹਲ ਕਾਦਰੀ ਸਾਹਿਬ ਜਦੋਂ ਨਿਕਲੇ ਸਨ ਨਾ ਕੈਨੇਡਾ ਤੋਂ ਪਿਛਲੀ ਵਾਰੀ, ਤੇ ਉਹਨਾਂ ਕਿਹਾ ਸੀ ਕਿ ਮੇਰੀ ਜਿਹੜੀ ਤਹਿਰੀਕ ਹੈ ਨਾ ਉਹਨੂੰ ਖੂਨ ਚਾਹੀਦਾ ਵਾ। ਫਿਰ ਉਹਨਾਂ ਨੇ ਆ ਕੇ ਲਾਹੌਰ ਖੂਨ ਲੈ ਲਿਆ। ਇਸੇ ਤਰ੍ਹਾਂ ਇਮਰਾਨ ਖਾਨ ਸਾਹਿਬ ਚਾਹੁੰਦੇ ਆ, ਹਾਲਾਂਕਿ ਇਹ ਆਪਣੇ ਪੱਲਿਓਂ ਕੋਈ ਨਾ ਕੋਈ ਇਹੋ ਜਿਹੀਆਂ ਮੌਤਾਂ ਪਾਉਂਦੇ ਰਹਿੰਦੇ ਨੇ। ਇਹ ਜਿਹੜਾ ਲਾਹੌਰ ਵਾਲਾ ਜ਼ੁੱਲੇ ਸ਼ਾਹ ਵਿਚਾਰਾ ਗੱਡੀ ਥੱਲੇ ਆਇਆ ਸੀ, ਉਹ ਪੀਟੀਆਈ ਦੀ ਬੰਦੇ ਦੀ ਗੱਡੀ ਥੱਲੇ ਆਇਆ ਸੀਗਾ, ਉਹ ਵੀ ਇਹਨਾਂ ਨੇ ਪੁਲਿਸ ਤੇ ਪਾਤਾ, ਉਹ ਵੀ ਇਹਨਾਂ ਨੇ ਗਵਰਨਮੈਂਟ ਤੇ ਪਾ ਦਿੱਤਾ। ਤੇ ਹੁਣ ਵੀ ਇਹ ਚਾਹੁੰਦੇ। ਫਿਰ ਉਸ ਤੋਂ ਬਾਅਦ 26 ਨਵੰਬਰ ਨੂੰ ਕਦੀ 200 ਲਾਸ਼, ਕਦੀ 400 ਲਾਸ਼, ਕਦੀ 12 ਲਾਸ਼ਾਂ, ਹੈਗੀ ਕੋਈ ਨਹੀਂ ਸੀਗੀ। ਹੁਣ ਇਹਨਾਂ ਨੂੰ ਚਾਹੀਦਾ ਵਾ ਇਹਨਾਂ ਦੀ ਜਿਹੜੀ ਆ ਤਹਿਰੀਕ ਚੱਲਣੀ ਹੈ ਉਹਦੇ ਵਾਸਤੇ। ਲੇਕਿਨ ਲੋਕਾਂ ਨੂੰ ਪਤਾ ਲੱਗ ਗਿਆ ਵਾ, ਲੋਕਾਂ ਨੂੰ ਲੱਗ ਗਿਆ ਪਤਾ, ਤੇ ਇੰਟਰਨੈਸ਼ਨਲ ਜਿਹੜਾ ਪਲੇਟਫਾਰਮ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਰੰਗਬਾਜ਼ ਆ ਤੇ ਰੋਂਗ ਨੰਬਰ ਆ ਇਮਰਾਨ ਖਾਨ ਸਾਹਿਬ। ਇਸ ਵਾਸਤੇ ਛੱਡ ਦਿਓ ਪਹਿਲਾਂ ਤੁਸੀਂ ਗੱਲ। ਅੱਛਾ ਦੂਜੇ ਪਾਸੇ ਵੇਖਣਾ ਹੈ ਕਿ ਦੁਨੀਆ ਕੀ ਸੋਚਦੀ ਹੈ ਤੁਹਾਡੇ ਬਾਰੇ। ਪਾਕਿਸਤਾਨ ਜਿਹੜਾ ਹੈ ਉਹ ਜਿਹੜਾ ਉਹਦੇ ਤੇ ਚੱਲ ਰਿਹਾ ਹੈ, ਇਹ ਦੁਨੀਆ ਨੂੰ ਇੱਕ ਬਕਾਇਦਾ ਤੌਰ ਤੇ ਹਿਸਾਬ ਕਿਤਾਬ ਜਿਹੜਾ ਨਾ ਉਹ ਨਜ਼ਰ ਆ ਰਿਹਾ ਹੈ। ਪਾਕਿਸਤਾਨ ਨੇ ਅਫਗਾਨੀਆਂ ਨੂੰ ਜਦੋਂ ਆਪਣੇ ਮੁਲਕ ਦੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ, ਇਹੋ ਜਿਹਾ ਫੈਸਲਾ ਜਿਹੜਾ ਹੈ ਉਹ ਦੁਨੀਆ ਦਾ ਹਰ ਮੁਲਕ ਹੀ ਕੋਸ਼ਿਸ਼ ਕਰਦਾ ਵਾ। ਟਰੰਪ ਨੇ ਵੀ ਕਿਹਾ ਜਨਾਬ ਕਿ ਮੈਂ ਲਾਸ ਐਂਜਲਸ ਦੇ ਵਿੱਚ ਕੋਈ ਗੈਰ ਕਾਨੂੰਨੀ ਤਾਰਕੀਨੇ ਵਤਨ ਜਿਹੜਾ ਹੈ ਨਾ ਉਹਨੂੰ ਨਹੀਂ ਰਹਿਣ ਦੇਣਾ ਹੈਗਾ। ਲੇਕਿਨ ਡਟਿਆ ਹੋਇਆ ਹੈ। ਹੁਣ ਜ਼ਾਹਿਰ ਹੈ ਇਹ ਕਿਉਂ ਡਟਿਆ ਹੋਇਆ ਹੈ? ਮੁਲਕ ਦਾ ਸਦਰ ਹੈ ਔਰ ਮੁਲਕ ਦੀ ਜਦੋਂ ਸਲਾਮਤੀ ਦੇ ਸਵਾਲ ਆ ਜਾਵੇ ਤੇ ਸਦਰ ਦੀ ਫਿਰ ਜ਼ਿੰਮੇਵਾਰੀ ਆ। ਉਹ ਫਿਰ ਔਖੇ ਫੈਸਲੇ ਜਿਹੜੇ ਨੇ ਨਾ, ਜਿਹਦੇ ਤੇ ਬੜੀ ਤਨਕੀਦ ਹੁੰਦੀ ਹੈ, ਜਿਹਦੇ ਤੇ ਬੜੀਆਂ ਗੱਲਾਂ ਹੁੰਦੀਆਂ ਨੇ, ਜਿਹਦੇ ਤੇ ਤੁਹਾਨੂੰ ਵਾਪਸ ਜਿਹੜਾ ਹੈ ਨਾ ਉਹ ਬਹੁਤ ਸਾਰੇ ਮਸਾਇਲ ਦਾ ਸਾਹਮਣਾ ਵੀ ਕਰਨਾ ਪੈਂਦਾ। ਲੇਕਿਨ ਸਦਰ ਹੋਣ ਦੀ ਹੈਸੀਅਤ ਨਾਲ ਜਾਂ ਵਜ਼ੀਰ ਆਜ਼ਮ ਹੋਣ ਦੀ ਹੈਸੀਅਤ ਨਾਲ ਤੁਹਾਨੂੰ ਮਤਲਬ ਇਹ ਪਾਕਿਸਤਾਨ ਦੇ ਵਿੱਚ ਬੜਾ ਔਖਾ ਹੋ ਗਿਆ ਹੈ ਵਾ। ਤਾਹਲੁਕ ਕਾਦਰੀ ਸਾਹਿਬ ਦੀ ਗੱਲ ਕੀਤੀ ਨਾ, ਉਸ ਜਦੋਂ ਪੁਲਿਸ ਵਾਲੇ ਨਾਲ ਕੋਈ ਵਾਧਾ ਘਾਟਾ ਹੈ ਤੇ 2-4 ਬੰਦੇ ਅੱਲਾ ਨੂੰ ਪਿਆਰੇ ਹੋਏ, ਯਾਰ ਕੋਈ ਵਾਧਾ ਘਾਟਾ ਹੋ ਗਿਆ ਤੇ ਮੁੱਦਾ ਪੈ ਜਾਏਗਾ। ਮਤਲਬ ਜਿਨ੍ਹਾਂ ਦੇ ਬੰਦੇ ਮਰ ਜਾਣਗੇ ਉਹ ਮਾਸੂਮ ਹੋ ਜਾਂਦੇ ਆ। ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਦੁਸ਼ਮਣੀ ਇਦਾਂ ਹੀ ਹੁੰਦਾ ਵਾ।
ਜੇ ਤੁਹਾਡਾ ਕੋਈ ਬੰਦਾ ਮਰ ਗਿਆ ਤੇ ਤੁਸੀਂ ਮਾਸੂਮ ਤੇ ਮਰਨ ਵਾਲਾ ਪੂਰੇ ਦਾ ਪੂਰਾ ਖਾਨਦਾਨ। ਉਹਨਾਂ ਦੀਆਂ ਮੈਨੂੰ ਯਾਦ ਹੈ ਪਿੰਡਾਂ ਦੇ ਵਿੱਚ ਮੱਝਾਂ ਦੇ ਥੱਲੇ ਦੁੱਧ ਚੂੰਦੇ ਬੰਦੇ ਨੱਸ ਗਿਆ ਤੇ ਮੱਝਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਪਿੱਛੋਂ। ਹੋਇਆ ਕੀ ਹੈ ਜੀ, ਇਹਨਾਂ ਦੇ ਮੁੰਡੇ ਨੇ ਬੰਦਾ ਮਾਰ ਦਿੱਤਾ ਵਾ। ਹੁਣ ਬੰਦਾ ਜਿੰਨੇ ਮਾਰਿਆ ਭਾਈ ਉਹਨੇ ਮਾਰਿਆ, ਬਾਕੀਆਂ ਦਾ ਕੀ ਕਸੂਰ ਆ? ਉਹ ਬੁੱਢੀਆਂ ਵੀ ਪਿੰਡਾਂ ਚੋਂ ਨਿਕਲ ਗਈਆਂ, ਦੂਜੇ ਕਿਸੇ ਰਿਸ਼ਤੇਦਾਰਾਂ ਕੋਲ ਜਾ ਕੇ ਰਹਿਣ ਲੱਗ ਪਈਆਂ, ਬਾਲ ਸਕੂਲਾਂ 'ਚ ਪੜ੍ਹਦੇ ਨੇ ਉਹ ਵੀ ਦੁਖੀ ਔਖੇ ਹੋ ਗਏ। ਹੁਣ ਏਦਾਂ ਇੱਥੇ ਵੀ ਇਹੋ ਹੀ ਹੋ ਰਿਹਾ ਵਾ ਕਿ ਅਗਰ ਤਹਿਰੀਕ ਜਿਹੜੀ ਚੱਲਣੀ ਆ ਉਹਦੇ ਵਿੱਚ ਕੋਈ ਵਾਧਾ ਘਾਟਾ ਹੁੰਦਾ ਵਾ ਤੇ ਉਸ ਤੋਂ ਬਾਅਦ ਹੋਣਾ ਕੀ ਹੈ ਜੀ ਕਿ ਭੈੜੀ ਹਕੂਮਤ ਹੈ, ਕਿਉਂਕਿ ਹਕੂਮਤ ਨੇ ਮਾਰੇ ਨੇ ਤੇ ਚੰਗੀ ਆਵਾਮ ਹੈ ਜਿਨ੍ਹਾਂ ਦੇ ਮਰ ਗਏ ਨੇ। ਇਹੋ ਕੁਝ ਉੱਥੇ ਵੀ ਹੋਣ ਡਿਆ ਵਾ। ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀਆਂ ਅਫਗਾਨੀਆਂ ਦਾ ਬੜਾ ਵੱਡਾ ਇਸ਼ੂ ਹੈ। ਹਰ ਸੂਰਤ 'ਚ ਇਹਦੇ 'ਤੇ ਅਮਲ ਕਰਨਾ ਪੈਣਾ ਹੈ। ਟਰੰਪ ਨੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ 9 ਮਈ ਨਹੀਂ ਕਰਨ ਦੇਵਾਂਗੇ ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਅਮਰੀਕੀ ਫੌਜ ਤੇ ਹਮਲਾ ਕੀਤਾ ਜਾਏਗਾ ਜਿਹੜੇ ਉੱਥੇ ਦੇ ਲੋਕਲ ਲਾਤੀਨ ਅਮਰੀਕਨ ਨੇ ਜਾਂ ਦੂਸਰੇ ਨੇ। ਲੇਕਿਨ ਟਰੰਪ ਵੀ ਅੱਗੋਂ ਕਹਿ ਰਿਹਾ ਹੈ ਕਿ ਅਗਰ ਕਿਸੇ ਨੇ ਇਹੋ ਜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਦੱਸਦੀ ਹੈ ਜੇ ਇਹ ਅਦਾਲਤਾਂ ਪਾਕਿਸਤਾਨ ਦੀਆਂ ਨਹੀਂ ਤੇ ਨਾ ਹੀ ਇਹ ਪਾਕਿਸਤਾਨ ਦਾ ਕਾਨੂੰਨ ਆ ਤੇ ਨਾ ਹੀ ਇਹ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆ, ਨਾ ਹੀ ਇਹ ਪਾਕਿਸਤਾਨ ਦਾ ਪੀਐਮ ਤੇ ਸੀਐਮ ਆ ਜਿਹੜੇ ਹੱਥ ਹੌਲਾ ਰੱਖਣਗੇ। ਮੈਂ ਤੁਹਾਨੂੰ ਉਹ ਫਿਰ ਗੱਲ ਯਾਦ ਹੈ ਨਾ ਤੁਹਾਨੂੰ, ਇਹ ਵੱਡਾ ਸ਼ਰੀਫ ਸੀ, ਨਿੱਕੇ ਨੇ ਭੈਣ ਕੱਢ ਕੇ ਲੈ ਜਾਣੀ ਹੈ ਜੀ, ਉਹ ਇੱਕ ਡਰਾਮੇ ਦੀ ਜੁਗ ਜਿਹੜੀ ਆ। ਤੇ ਟਰੰਪ ਭਾਈਜਾਨ ਉਹ ਪਿਛਲਾ ਓਬਾਮਾ ਸ਼ਰੀਫ ਸੀ, ਉਹਨੇ ਮਤਲਬ ਕਿ ਇੱਕ ਵਾਧਾ ਘੋਟਾ ਕਰਕੇ ਬਰਦਾਸ਼ਤ ਕਰ ਲਿਆ ਸੀ, ਲੇਕਿਨ ਜਿਹੜਾ ਇਹ ਅਲਾਵਾ ਨਾ ਇਹਨੇ ਭਾਈਜਾਨ ਕੱਖ ਨਹੀਂ ਛੱਡਣਾ। ਤੇ ਮੈਨੂੰ ਲੱਗਦਾ ਇਹ ਵੇ ਕਿ ਉੱਥੇ ਜਿਹੜੀ ਹੈ ਨਾ ਭੈੜਾ ਟਾਈਮ ਜਿਹੜਾ ਹੈ ਉਹ ਆਉਣ ਵਾਲਾ ਵਾ। ਅੱਛਾ ਜੀ, ਸ਼ਬਾਜ਼ ਸ਼ਰੀਫ ਜਿਹੜਾ ਜੀ ਉਹ 12 ਜੂਨ ਤੋਂ ਸਾਊਦੀ ਅਰਬ ਮੁਤਹਦਾ ਅਰਬ ਅਮਾਰਾਤ ਦਾ ਦੌਰਾ ਕਰੇਗਾ ਜੀ। ਦਫ਼ਤਰ ਜਿਹੜੀ ਤਰਜਮਾਨ ਨੇ, ਦਫ਼ਤਰ ਖਾਰਜਾ ਦੇ ਤਰਜਮਾਨ ਦੇ ਮੁਤਾਬਕ ਵਜ਼ੀਰ ਆਜ਼ਮ ਜਿਹੜਾ ਹੈ ਉਹ ਆਪਣੇ ਨਾਲ ਇੱਕ ਬੜਾ ਵੱਡਾ ਅਹਿਮ ਜਿਹੜਾ ਹੈ ਉਹ ਜ਼ਾਹਿਰ ਵਫਦ ਲੈ ਕੇ ਜਾਏਗਾ, ਜਿਹਦੇ ਵਿੱਚ ਇਸਾਕ ਡਾਰ ਸਾਹਿਬ ਵੀ ਹੋਣਗੇ, ਕੁਝ ਵਫਾਕੀ ਵਜ਼ੀਰ ਵੀ ਹੋਣਗੇ ਔਰ ਸੀਨੀਅਰ ਅਫਸਰਾਨ ਵੀ ਸ਼ਾਮਲ ਹੋਣਗੇ। ਦਫ਼ਤਰ ਖਾਰਜਾ ਦੇ ਮੁਤਾਬਕ ਵਜ਼ੀਰ ਆਜ਼ਮ ਦੀ ਇਮਾਰਾਤੀ ਸਦਰ ਮੁਹੰਮਦ ਬਿਨ ਜ਼ੈਦ ਅਲ ਨਹਾਨ ਨਾਲ ਮੁਲਾਕਾਤ ਹੋਏਗੀ। ਵਜ਼ੀਰ ਆਜ਼ਮ ਕੇ ਜਿਹੜਾ ਦੌਰਾ ਵਾ ਇਹ ਪਾਕ ਯੂਈ ਦੇ ਗਹਿਰੇ ਤਲਕਾਤ ਤੇ ਉਹ ਹਮੇਸ਼ਾ ਹੀ ਅਸਰ ਕਰਦਾ ਹੈ। ਜਦੋਂ ਤੁਸੀਂ ਗੁਆਂਢੀ ਨਾਲ ਤਲਕ ਠੀਕ ਰੱਖੋ, ਤੁਹਾਡੇ ਗੁਆਂਢੀ ਨਾਲ ਉੱਠਣ ਬਹਿਣ ਤੁਹਾਡਾ ਠੀਕ ਹੋਵੇ ਤੇ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਹੀ ਹੁੰਦੀਆਂ ਵਾ। ਤੇ ਜਿਹੜਾ ਦੇਖੋ ਜੀ, ਕੋਈ ਮੰਨੇ ਜਾਂ ਨਾ ਮੰਨੇ, ਇੱਕ ਗੱਲ ਤੁਹਾਨੂੰ ਮੰਨੀ ਪੈਗੀ, ਜਿਹੜਾ ਸਾਊਦੀ ਅਰਬ ਆ ਨਾ, ਜਿਹੜਾ ਦੁਬਈ ਆ, ਉਹ ਇਹਦੇ ਨਾਲ ਇਹ ਕਾਫੀ ਹੱਦ ਤੱਕ ਜਿਹੜਾ ਨਾ ਉਹ ਬੜਾ ਅਸਰਅੰਦਾਜ਼ ਹੁੰਦਾ ਵਾ। ਜਿਹੜੇ ਸਿਆਣੇ ਆ ਨਾ ਉਹ ਇਹ ਕਹਿੰਦੇ ਆ ਕਿ ਕਰਾਚੀ ਨਹੀਂ ਤਰੱਕੀ ਹੋਈ ਜਾਂ ਤੁਹਾਡੇ ਬਹੁਤ ਸਾਰੇ ਦੂਸਰੇ ਮਸਾਇਲ ਹੈ, ਉਹਦੇ ਸਾਡੇ ਗੁਆਂਢੀਆਂ ਦਾ ਥੋੜਾ ਬਹੁਤ ਹੱਥ ਹੈਗਾ। ਮੈਂ ਇਹਨਾਂ ਦੇ ਬਾਰੇ ਗੱਲ ਸਾਡਾ ਜਿਹੜਾ ਸਾਡਾ ਲਹਿਜਾ ਨਾ ਉਹ ਨਰਮ ਹੀ ਰਹਿੰਦਾ ਹੈ, ਲੇਕਿਨ ਇਹ ਗੱਲ ਇਹਦੇ 'ਚ ਕੋਈ ਸ਼ੱਕ ਕੋਈ ਨਹੀਂ ਹੈਗਾ ਜੀ, ਉਹਦੇ ਵਿੱਚ ਹੁੰਦਾ ਕੁਝ ਨਾ ਕੁਝ ਰੋਲਾ ਜ਼ਰੂਰ ਜੇ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ ਜੀ, ਇੱਕ ਹੋਰ ਜਿਹੜਾ ਮਤਲਬ ਕਿ ਆਪਣਾ ਪਿਛਲੇ ਦਿਨਾਂ ਤੋਂ ਰੋਲਾ ਪਿਆ ਹੋਇਆ ਸੀ, ਉਹ ਜਿਹੜੀ ਫਿਜ਼ਾ ਵਾਲੀ ਹੈ, ਉਹ ਪਤਾ ਨਹੀਂ ਕੀ ਹੈ, ਮਾਡਲ ਹੈ ਜਾਂ ਕੋਈ ਟਿਕਟੋਕਰ ਹੈ ਜਾਂ ਪਤਾ ਨਹੀਂ ਉਹ ਕਿਸੇ ਕੋਈ ਟੀਵੀ ਟਾਕ ਸ਼ੋਅ 'ਚ ਵੀ ਜਾਂ ਹੁੰਦੀ ਆ, ਉਹਦੀਆਂ ਚੋਖੀਆਂ ਤੇ ਕੋਈ ਬਾਹਰਲੇ ਮੁਲਕਾਂ ਦੀਆਂ ਬਣੀਆਂ ਹੋਈਆਂ ਰੀਲਾਂ ਹੀ ਵੇਖੀਆਂ ਵਾ, ਲੇਕਿਨ ਉਹ ਪਤਾ ਨਹੀਂ ਕਿੱਥੋਂ ਲਾਂਚ ਕਰ ਦਿੱਤੀ ਇਹਨਾਂ ਨੇ, ਕਿਵੇਂ ਲਾਂਚ ਕਰ ਦਿੱਤੀ। ਹੁਣ ਉਹ ਜਿਹੜਾ ਪ੍ਰੋਗਰਾਮ ਹੈ, ਜਿਹੜੇ ਪ੍ਰੋਗਰਾਮ ਦੇ ਵਿੱਚ ਉਹ ਸਾਰਾ ਕੁਝ ਹੋਇਆ ਹੈ, ਉਹਦੇ ਵਿੱਚ ਜਵਾਦ ਸਾਹਿਬ ਵੀ ਬੈਠੇ ਸਨ ਤੇ ਉਹਦੇ ਵਿੱਚ ਸੁਹੇਲ ਵੜੈਚ ਸਾਹਿਬ ਜਿਹੜੇ ਬੈਠੇ ਨੇ, ਉਸਤਾਦ ਨੇ ਕਈ ਲੋਕਾਂ ਦੇ, ਬੜੇ ਵੱਡੇ ਉਸਤਾਦਾਂ ਦੇ ਉਸਤਾਦ ਨੇ ਜੀ ਸੁਹੇਲ ਵੜੈਚ ਸਾਹਿਬ। ਉਹਦੇ ਬਾਰੇ ਜਿਹੜੀ ਉਹਨਾਂ ਗੁਫ਼ਤਗੂ ਕੀਤੀ ਹੈ, ਉਹ ਗੁਫ਼ਤਗੂ ਦੇ ਬਾਰੇ ਕਿਹਾ ਇਹ ਜਾ ਰਿਹਾ ਵਾ ਕਿ ਉਹ ਗੁਫ਼ਤਗੂ ਉਹਨਾਂ ਦੇ ਮੂੰਹ ਤੇ ਨਹੀਂ ਹੋਈ, ਇਹ ਗੁਫ਼ਤਗੂ ਬਾਅਦ ਵਿੱਚ ਫਿਜ਼ਾ ਵਾਲੀ ਨਾਲ ਰਿਕਾਰਡ ਕੀਤੀ ਗਈ ਹੈ। ਹਾਂਜੀ, ਇੱਕ ਮੇਰੇ ਕੋਲੇ ਜਿੱਦਾਂ ਦੀ ਗੱਲ ਆਈ ਮੈਂ ਤੁਹਾਡਾ ਉਦਾਂ ਦੀ ਪਹੁੰਚਾ ਗਿਆ। ਹੁਣ ਮੇਰੇ ਕੋਲੇ ਦਾ ਪ੍ਰੂਫ ਕੋਈ ਨਹੀਂ ਤੇ ਨਾ ਮੈਨੂੰ ਪੁੱਛਿਆ ਜੇ, ਕਿਉਂਕਿ ਜਿੰਨੀ ਕੋ ਮੇਰੇ ਕੰਨਾਂ ਦੇ ਵਿੱਚ ਗੱਲ ਪਈ ਹੈ ਕਿ ਉਹ ਜਿਹੜੀ ਬੀਬੀ ਨੇ ਜਵਾਦ ਅਹਿਮਦ ਨੂੰ ਧੋਬੀ ਕਿਹਾ ਹੈ, ਜੇ ਇਹ ਸਿੰਗਰ ਨਾ ਹੁੰਦਾ ਤੇ ਇਹ ਕਿਸੇ ਜਗ੍ਹਾ ਤੇ ਲਾਂਡਰੀ ਕਰਦਾ ਤੇ ਧੋਬੀ ਹੁੰਦਾ। ਹੁਣ ਸਾਡੇ ਕੁਝ ਐਸੀਆਂ ਚਿੜੀਆਂ ਨਾ ਜਿਹੜੀਆਂ ਕਹਿੰਦੀਆਂ ਨੇ, ਸੁਹੇਲ ਅਹਿਮਦ ਜਿਹੜਾ ਜਵਾਦ ਹੈ ਉਹ ਕਹਿੰਦਾ ਜੀ ਕਿ ਇਹ ਮੇਰੇ ਸਾਹਮਣੇ ਧੋਬੀ ਉਹਨੇ ਨਹੀਂ ਕਿਹਾ ਹੁੰਦਾ, ਜੇ ਮੈਨੂੰ ਕਿਹਾ ਹੁੰਦਾ ਤਾਂ ਮੈਂ ਉਸ ਧੋਬਨ ਨੂੰ ਘਰ ਛੱਡ ਗਿਆ ਹੁੰਦਾ। ਫਿਰ ਮੈਂ ਵੀ ਦੱਸਦਾ ਜੇ ਇਹ ਐਂਕਰ ਨਾ ਹੁੰਦੀ ਤੇ ਇਹ ਕਿਹੜੀ ਹੁੰਦੀ, ਕਿਹੜੇ ਮੁਲਕ ਦੀਆਂ ਹਾਂਜੀ ਸ਼ੀਸ਼ਿਆਂ ਦੇ ਪਿੱਛੇ ਖਲੋਤੀ ਹੁੰਦੀ, ਜਿਹੜੇ ਪਤਾ ਕੋਈ ਯੂਰਪ ਫਿਲੇ ਉਹ ਸ਼ੀਸ਼ਾ ਪਿੱਛੇ ਖਲੋਂਦੀਆਂ ਤਾਂ ਪਤਾ ਲੱਗ ਜਾਏਗਾ ਕੌਣ ਹੁੰਦੀਆਂ ਵਾ। ਲੇਕਿਨ ਐਨੀ ਹਾਓ ਉਹਦਾ ਮੌਕਫ ਹੈ, ਇਹ ਮਤਲਬ ਕਿ ਡਾਇਰੈਕਟ ਮੌਕਫ ਨਹੀਂ ਹੈਗਾ, ਸੁਣੀਆਂ ਗੱਲਾਂ ਨੇ ਤੁਹਾਡੇ ਤੱਕ ਅਪੜ ਜਾਂਦੀਆਂ ਨੇ ਗੱਲਾਂ ਜਿਹੜੀਆਂ ਸੁਣੀਆਂ ਨੇ। ਤੇ ਉਹਦੇ ਵਿੱਚ ਉਹ ਦੂਜਾ ਜਿਹੜਾ ਉਹਨੇ ਸੁਹੇਲ ਸਾਹਿਬ ਨੂੰ ਕਿਹਾ, ਯਾਰ ਉਹ ਬੜੀ ਜ਼ਿਆਦਤੀ ਹੈ ਯਾਰ, ਉਹ ਕੁੜੀ ਨੂੰ ਅਗਰ ਤੇ ਦੇਖੋ ਜੀ ਰਿਕਾਰਡਿੰਗ ਹੈ, ਇਹ ਲਾਈਵ ਤੇ ਪ੍ਰੋਗਰਾਮ ਹੈਗਾ ਨਹੀਂ, ਈਦ ਦਾ ਪ੍ਰੋਗਰਾਮ ਹੈ, ਪਹਿਲੇ ਦਾ ਰਿਕਾਰਡ ਕੀਤਾ ਹੈ। ਮੇਰਾ ਖਿਆਲ ਹੈ ਕਿ ਸੁਹੇਲ ਸਾਹਿਬ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ। ਇਹ ਜਿਹੜੀ ਖਾਸ ਤੋਂ ਜਿਹੜਾ ਐਂਕਰ ਆ, ਬੜਾ ਸ਼ੋਧਾ ਜਿਹਾ ਐਂਕਰ ਆ, ਬੜਾ ਭੈੜਾ ਜਿਹਾ, ਬੜੀ ਖੱਚ ਜੀ ਹੈ ਜਿਹੜੀ ਇਹਦਾ ਪਿਓ ਅਦਾਕਾਰ ਸੀਗਾ ਕੌਣ ਹੈ, ਇਹ ਖੱਚ ਨੂੰ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਕਿ ਤੂੰ ਖੱਚੇ ਘਰ ਪ੍ਰਾਹੁਣੇ ਬੁਲਾਏ ਆ ਤੇ ਘਰ ਪ੍ਰਾਹੁਣੇ ਬੁਲਾ ਕੇ ਤੂੰ ਪ੍ਰੋਗਰਾਮ ਰਿਕਾਰਡ ਕਰਨ ਡਿਆ ਤੇ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਉਹਨੂੰ ਕਟਾ ਦੇ। ਤੇਰਾ ਪ੍ਰੋਡਿਊਸਰ ਤੇ ਚਵਲ ਹੋਣਾ ਹੀ ਹੋਣਾ, ਲੇਕਿਨ ਤੂੰ ਤੇ ਸਿਆਣਾ ਬੈਣਾ ਬੰਦਾ, ਤੇਰੇ ਕੋਲ ਦੁਬਾਰਾ ਫਿਰ ਵੀ ਕਿਸੇ ਨੇ ਆਣਾ, ਤੂੰ ਦੁਬਾਰਾ ਫਿਰ ਵੀ ਕਿਸੇ ਨੂੰ ਬੁਲਾਣਾ ਹੈ। ਉਹ ਤੇ ਤੂੰ ਰਿਸ਼ਾਦ ਭੱਟੀ ਨੂੰ ਹੀਰੋ ਬਣਾ ਕੇ ਰੱਖਿਆ ਆ, ਉਹ ਤੇਰਾ ਯਾਰ ਆ, ਉਹਦਾ ਤੂੰ ਦੂਜਾ ਵਿਆਹ ਕਰਾਇਆ ਆ, ਉਹਦੇ ਨਾਲ ਤੇਰਾ ਪਤਾ ਨਹੀਂ ਕੀ ਕੋਈ ਟਾਂਕਾ ਫਿੱਟ ਆ, ਤੂੰ ਕੀਤੀ ਜਾ ਰਿਹਾ। ਲੇਕਿਨ ਇਹ ਜਿਹੜੇ ਸ਼ਰੀਫ ਇਨਸਾਨ ਦੋ ਬਿਠਾਏ ਹੋਏ ਨੇ, ਉਹਨਾਂ ਦੇ ਬਾਰੇ ਜਿਹੜੀ ਗੁਫ਼ਤਗੂ ਕੀਤੀ ਉਹ ਬੜੀ ਇੰਤਹਾਈ ਗੈਰ ਮੁਨਾਸਿਬ ਗੁਫ਼ਤਗੂ ਹੈ।
ਉਹ ਬੀਬੀ ਕਹਿੰਦੀ ਜੀ ਇਹ ਸੁਹੇਲ ਸਾਹਿਬ ਜਿਹੜੇ ਨੇ ਇਹ ਲਿਖਾਰੀ ਨਾ ਹੁੰਦੇ, ਹਾਂਜੀ ਇਹ ਕਾਲਮ ਨਾ ਲਿਖਦੇ, ਇਹ ਐਂਕਰ ਨਾ ਹੁੰਦੇ ਤੇ ਇਹ ਕਿਸੇ ਰੈਸਟੋਰੈਂਟ ਦਾ ਟਾਇਲਟ ਸਾਫ਼ ਕਰਦੇ ਹੁੰਦੇ। ਯਾਰ ਇਹ ਕੋਈ ਗੱਲ ਹੈਗੀ ਕਰਨ ਵਾਲੀ? ਕੋਈ ਗੱਲ ਸਮਝ ਆਉਂਦੀ? ਬੰਦਾ ਕੋ ਚੱਕ ਕੇ ਇਹਨੂੰ ਕਹਿ ਦੇ ਕਿ ਤੂੰ ਅਗਰ ਐਂਕਰ ਨਾ ਹੁੰਦੀ ਤੇ ਤੂੰ ਕਿਤੇ ਰੰਡੀਆਂ ਦੇ ਕੋਠੇ ਤੇ ਬੈਠੀ ਕੋਈ ਸਰਵਿਸ ਕਰ ਰਹੀ ਹੁੰਦੀ, ਕਿੱਡੀ ਮਾੜੀ ਗੱਲ ਆ। ਆਹ ਗੱਲ ਅਗਰ ਕਿਸੇ ਕੋ ਕਹਿਤੀ ਉਹ ਵੀ ਹੱਕ ਆ ਨਾ, ਜੋ ਕਹਿੰਦੀ ਮੇਰਾ ਹੱਕ ਹੈ, ਇਹ ਮੇਰੀ ਆਜ਼ਾਦੀ ਹੈ, ਮੈਂ ਜੋ ਸੋਚਣੀ ਆ ਮੈਂ ਕਹਿ ਸਕਣੀ ਆ। ਤੇ ਅਗਰ ਤੇਰੇ ਬਾਰੇ ਕੋਈ ਇਹੋ ਜਿਹੀ ਕੋਈ ਗੱਲ ਕਰਦੇ ਤੇ ਫਿਰ ਤੈਨੂੰ ਕਿੱਦਾਂ ਲੱਗੂ? ਬਟ ਐਨੀ ਹਾਓ ਜੀ, ਉਹਦੀ ਹੁਣ ਆਪਣੀ ਇੱਕ ਸਾਇੰਸ ਆ, ਉਹਦਾ ਇੱਕ ਆਪਣਾ ਹੀ ਰੋਕਟ ਹੈ। ਅਮਰੀਕਾ ਦੇ ਵਿੱਚ ਗਿੱਲ ਸਾਹਿਬ ਜਿਹੜੇ ਆ ਜੀ ਇਸ ਟਾਈਮ ਦਿਹਾੜੀ ਲਾਉਣ ਦੀ ਪੂਰੀ ਇੱਕ ਰਿਹਰਸਲ ਕੀਤੀ ਬੈਠੇ ਨੇ। ਉਹਨਾਂ ਨੂੰ ਪਾਕਿਸਤਾਨ ਤੋਂ ਕੋਈ ਬੰਦਾ ਮੂੰਹ ਨਹੀਂ ਲਾਉਂਦਾ ਪਿਆ। ਪਾਕਿਸਤਾਨ ਵਾਲੀ ਤਹਿਰੀਕ ਇਨਸਾਫ ਨੇ ਕਿਹਾ ਜੀ ਸਾਡਾ ਇਹਨਾਂ ਨਾਲ ਲੈਣ ਦੇਣ ਕੋਈ ਨਹੀਂ, ਇਹ ਜੋ ਕਰਦੇ ਪਏ ਨੇ ਜ਼ਾਤੀ ਹੈਸੀਅਤ ਵਿੱਚ ਕਰਦੇ ਪਏ ਨੇ। ਹੁਣ ਜਿਹੜਾ ਜ਼ਾਤੀ ਹੈਸੀਅਤ ਵਿੱਚ ਕਰਦੇ ਪਏ ਨੇ, ਇਹਦਾ ਮਤਲਬ ਆ ਕਿ ਗਿੱਲ ਸਾਹਿਬ ਨੇ ਅਮਰੀਕਾ ਦੇ ਵਿੱਚ ਸਾਰਿਆਂ ਕੋਲੋਂ ਪੈਸੇ ਇਕੱਠੇ ਕਰਨੇ ਨੇ ਕਿ ਭਾਜੀ ਬਹੁਤ ਵੱਡਾ ਪ੍ਰੋਟੈਸਟ ਕਰਨਾ ਹੈ, ਉੱਥੇ ਬੜਾ ਸਾਰਾ ਖਰਚਾ ਆ ਜਾਣਾ ਤੇ ਤੁਸੀਂ 1000 1500 ਪਾਓ ਜੀ ਮੇਰੇ ਉਹ ਜਿਹੜਾ ਇੱਕ ਮੁਸ਼ਤਰਕਾ ਅਕਾਊਂਟ ਆ ਜਿਹਦੇ ਚ ਰਲ ਕੇ ਫਰਾਡ ਕਰਨਾ। ਉਹ ਜਦੋਂ ਪੈਸੇ ਉਹਦੇ ਚ ਆ ਜਾਣਗੇ ਕੋਈ 15 20 25000 ਡਾਲਰ ਜਿਹੜਾ ਉਹ ਇਕੱਠਾ ਕਰ, ਉੱਥੇ ਬੜੇ ਸਾਦੇ ਲੋਕ ਨੇ ਜੀ, ਮਿਲੀਅਨੇਰ ਨੇ, ਬਿਲੀਅਨੇਰ ਨੇ ਅਮਰੀਕਾ ਦੇ ਵਿੱਚ, ਪਾਕਿਸਤਾਨੀ ਤੇ ਪਾਗਲਾਂ ਦੀਆਂ ਤੁਹਾਨੂੰ ਪਤਾ ਦੁਨੀਆ ਦੇ ਵਿੱਚ ਜੇਲ੍ਹਾਂ ਭਰੀਆਂ ਪਈਆਂ ਨੇ। ਤੇ ਅਮਰੀਕਾ ਦੇ ਵਿੱਚ ਵੀ ਬੜਾ ਟੌਪ ਦਾ ਪਾਗਲ ਬੈਠਾ ਹੈ ਜਿਹੜਾ ਹਾਲੀ ਵੀ ਸਮਝਦਾ ਹੈ ਕਿ 11 ਤਰੀਕ ਨੂੰ ਇਮਰਾਨ ਖਾਨ ਨੇ ਛੁੱਟ ਜਾਣਾ ਤੇ 12 ਤਰੀਕ ਨੂੰ ਇਮਰਾਨ ਖਾਨ ਨੇ ਜ਼ੁਬਾਨ ਪਰ ਗਿਆ ਬਣੀ ਗੱਲ ਹੋਣਾ। ਉਹਨਾਂ ਨੂੰ ਜਿਹੜੇ ਫਿਰ ਦੇਖੋ ਜੀ ਸਾਰਿਆਂ ਦਾ ਆਪਣੇ ਆਪਣੇ ਲੀਡਰ ਨਾਲ ਇਸ਼ਕ ਹੁੰਦਾ ਹੈ ਤੇ ਜਿਨ੍ਹਾਂ ਦਾ ਇਸ਼ਕ ਇਮਰਾਨ ਖਾਨ ਸਾਹਿਬ ਨੇ, ਉਹਨਾਂ ਨੂੰ ਕੀ ਫਰਕ ਪੈਂਦਾ ਹੈ? ਉਹਨਾਂ ਨੂੰ ਕੀ ਫਰਕ ਪੈਂਦਾ ਹੈ? ਉਹ ਤੇ ਆਪਣੀ ਜਗ੍ਹਾ ਤੇ ਕਾਇਮ ਨੇ, ਆਪਣੀ ਜਗ੍ਹਾ ਤੇ ਪੱਕੇ ਨੇ ਤੇ ਗੱਲ ਹੀ ਕੋਈ ਨਹੀਂ ਹੈਗੀ। ਲੇਕਿਨ ਵੇਖਣਾ ਐਵੇਂ ਕਿ ਆਇਆ ਉਹ ਹੁੰਦਾ ਕਿ ਨਹੀਂ ਹੁੰਦਾ। ਲੇਕਿਨ ਸ਼ਹਬਾਜ਼ ਗਿੱਲ ਸਾਹਿਬ ਦਿਹਾੜੀ ਲਿਆਉਣ ਲਈ ਪੱਕੇ ਆ। ਪਾਕਿਸਤਾਨ ਵਾਲੀ ਅੱਛਾ ਫਿਰ ਦੋ ਨੰਬਰ ਪੋਸਟਰ ਬਣਾਉਂਦੇ ਪਏ ਆ। ਉਹ ਜਿਹੜੇ ਪੋਸਟਰ ਬਣਾ ਕੇ ਨਾ ਉਹਨਾਂ ਦੇ ਉੱਤੇ ਲਿਖਾਈ ਪੜ੍ਹਾਈ ਕਰਕੇ ਫੋਟੋਆਂ ਲਾ ਕੇ, ਮਤਲਬ ਬਰਿਸਟਰ ਗੋਹਰ ਦਾ ਉਹਨਾਂ ਨੇ AI ਵੀਡੀਓ ਕੱਢ ਦਿੱਤੀ। ਹਾਲਾਂਕਿ ਬਰਿਸਟਰ ਗੋਹਰ ਦੀ ਉਹ ਪੁਰਾਣੀ 2021 ਵਾਲੀ ਵੀਡੀਓ ਆ। ਫਿਰ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਕਹਾਣੀ ਚਲਾਈ ਉਹਨਾਂ ਨੇ ਅਲੀ ਅਮੀਨ ਗੰਡਾਪੁਰ ਦਾ ਕਿਹਾ ਜੀ ਸਾਰੇ ਪ੍ਰੋਟੈਸਟ ਕਰੋ। ਹਾਲਾਂਕਿ ਅਲੀ ਅਮੀਨ ਗੰਡਾਪੁਰ ਨੇ ਐਸੀ ਗੱਲ ਹੀ ਕੋਈ ਨਹੀਂ ਕੀਤੀ। ਤੇ ਗਿੱਲ ਸਾਹਿਬ ਜਿਹੜੇ ਨੇ ਉਹ ਦਿਹਾੜੀ ਆਪਣੀ ਪੂਰੀ ਪੱਕੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਆਪਣਾ ਤੁਸੀਂ ਬੜਾ ਖਿਆਲ ਰੱਖੋ, ਖੁਸ਼ ਰਹੋ, ਆਬਾਦ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਜੇ। ਅਗਰ ਜਿਹੜਾ ਉਂਗਲ ਹੈ ਨਾ ਅੰਗੂਠਾ, ਜੇ ਤੁਹਾਡਾ ਕਿਤੇ ਵੱਢਿਆ ਨਹੀਂ ਗਿਆ ਤੇ ਇਹ ਜਰਾ ਲਾਈਕ ਵਾਲੇ ਪਾਸੇ ਨੱਪ ਦੇਣਾ ਤੇ ਉਂਗਲਾਂ ਤੁਹਾਡੀਆਂ ਅਗਰ ਸਲਾਮਤ ਨੇ, ਜੇ ਕੀਬੋਰਡ ਉੱਤੇ ਪਾਕਿਸਤਾਨ ਜ਼ਿੰਦਾਬਾਦ ਲਿਖ ਦੇਣਾ, ਜੇ ਮੋਬਾਈਲ ਹੱਥ 'ਚ ਤੇ ਆ ਦੋਵੇਂ ਅੰਗੂਠੇ ਟਾਈਪ ਕਰਕੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ ਲਿਖ ਦਿਆ ਜੇ। ਤੁਹਾਡੀ ਰਾਏ ਦਾ ਇਜ਼ਹਾਰ ਜਿਹੜਾ ਉਹਦਾ ਹਮੇਸ਼ਾ ਹੀ ਸਾਨੂੰ ਉਡੀਕ ਰਹਿੰਦੀ ਹੈ। ਤੁਸੀਂ ਜਦੋਂ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਪੜ੍ਹ ਕੇ ਉਹਨੂੰ ਰਿਪਲਾਈ ਵੀ ਕਰ ਸਕਾਂ, ਜੇ ਰਿਪਲਾਈ ਨਾ ਵੀ ਕਰਾਂ ਤੇ ਉਹਦੇ ਤੇ ਮੈਂ ਦਿਲ ਦਾ ਬਟਨ ਜਿਹੜਾ ਨਾ ਉਹ ਮੈਂ ਆਪਣੇ ਨਾਲ ਅੰਗੂਠਾ ਵਰਤ ਲੈਣਾ ਪੂਰਾ ਹੈ ਜੀ। ਖਿਆਲ ਰੱਖੋ ਆਪਣਾ, ਜਿੰਦੇ ਵਸਦੇ ਰਹੋ, ਸੁਖੀ ਰਹੋ। ਅੱਲਾ ਤੁਹਾਡੇ ਮਾਪਿਆਂ ਦਾ ਸਾਇਆ ਤੁਹਾਡੇ ਸਿਰ ਤੇ ਹਮੇਸ਼ਾ ਕਾਇਮ ਰਹੇ। ਅੱਲਾ ਦੇ ਹਵਾਲੇ।